ਆਪਾਂ ਅੱਜ ਦੀ ਵਿਚਾਰ ਹੁਕਮ ਤੇ ਕਰਨੀ ਹੈ। ਹੁਕਮ ਅੱਖਰ ਜਿਹੜਾ ਹੈ ਕਈ ਰੂਪਾਂ ਦੇ ਵਿੱਚ ਆਇਆ। ਇਹ ਹੁਣੇ ਸਰਚ ਕਰਦੇ ਮੈਨੂੰ ਇੱਕ ਸ਼ਬਦ ਮਿਲਿਆ ਜਿਹਦੀ ਦੂਜੀ ਰਹਾਉ ਦੀ ਤੁਕ ਆਉਂਦੀ ਹੈ। ਇਤ ਸੰਗਤ ਕੋਈ ਕੋਈ ਗਲਤ ਨਹੀਂ ਹੈ ਜਿਹਨੂੰ ਆਪਾਂ ਇਤ ਸੰਗ ਤੇ ਵੀ ਪੜ੍ਹ ਲੈਂਦੇ ਹਾਂ, ਸਿਹਾਰੀ ਵੀ ਆਪਾਂ ਬੁਲਾਉਂਦੇ ਹਾਂ, ਕਿਉਂਕਿ ਇਹ ਜਿੰਨੇ ਅੱਖਰ ਨੇ ਇਹ ਗੂੰਗੇ ਨਹੀਂ ਹੈ। ਸੋ ਆਪਾਂ ਇਹਨੂੰ ਜਦੋਂ ਗੁਰਬਾਣੀ ਦੀ ਖੋਜ ਕਰਨੀ ਹੈ, ਹੋ ਸਕਦਾ ਕਈਆਂ ਨੂੰ ਇਤਰਾਜ਼ ਹੋਏ ਜਦੋਂ ਤੁਸੀਂ ਪਬਲਿਕਲੀ ਪੜ੍ਹੋ ਜਾਂ ਅਸੀਂ ਪਬਲਿਕਲੀ ਪੜ੍ਹੀਏ, ਲੇਕਿਨ ਪਬਲਿਕਲੀ ਮੈਂ ਵੀ ਹਲੇ ਇਸ ਤਰ੍ਹਾਂ ਹੀ ਪੜ੍ਹਦਾ, ਇਤ ਸੰਗਤ ਨਾ ਹੀ ਮਰਨਾ। ਲੇਕਿਨ ਇੱਕ ਗੱਲ ਪੱਕੀ ਕਰ ਲਓ ਕਿ ਇਹ ਸਿਹਾਰੀਆਂ ਬਿਹਾਰੀਆਂ ਜਾਂ ਔਂਕੜ ਇਹ ਗੂੰਗੇ ਨਹੀਂ ਨੇ। ਸੋ ਹੁਕਮੀ ਲਫ਼ਜ਼ ਵੀ ਆਇਆ, ਹੁਕਮ ਵੀ ਆਇਆ, ਹੁਕਮੇ ਵੀ ਆਇਆ। ਸੋ ਆਪਾਂ ਪਹਿਲਾਂ ਹੁਕਮ ਨੂੰ ਸਮਝਣਾ ਅੱਜ ਕਿ ਇਹ ਹੁਕਮ ਕੀ ਹੈ। ਉਸ ਤੋਂ ਪਹਿਲਾਂ ਇੱਕ ਸ਼ਬਦ ਦਾ ਥੋੜਾ ਜਿਹਾ ਆਖਰੀ ਹਿੱਸਾ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਮੈਂ ਸਕਰੀਨ ਤੇ ਹੀ ਉਹ ਸ਼ਬਦ ਕੱਢਦਾ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਇਹ ਹੁਕਮ ਕੀ ਹੋਇਆ ਇੱਥੇ? ਬੜਾ ਵੱਡਾ ਸ਼ਬਦ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ, ਸੁਰਗ ਮਛ ਪਿਆਲ ਜੀਓ। ਬਹੁਤ ਵੱਡਾ ਸ਼ਬਦ ਹੈ, ਲੇਕਿਨ ਇਹਦੇ ਵਿੱਚ ਆਪਾਂ ਇਹ ਜਿਹੜੀਆਂ ਤੁਕਾਂ ਲਿਖੀਆਂ ਨੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਜਿਹੜਾ ਪੰਜਵਾਂ ਬੰਦ ਹੈ ਇਸ ਸ਼ਬਦ ਦਾ, ਸਤ ਸੰਗਤ ਕੈਸੀ ਜਾਣੀ। ਦੇਖੋ, ਇੱਕ ਮੈਂ ਸ਼ੁਰੂ ਤੋਂ ਬੇਨਤੀ ਕਰਦਾ ਆ ਰਿਹਾ ਕਿ ਸੰਗਤ ਦਾ ਲਫ਼ਜ਼ ਜਿਹੜਾ ਹੈ, ਇੱਕ ਤੇ ਉਹਨੂੰ ਸਾਧ ਸੰਗਤ ਨਾ ਕਹੋ, ਨਾ ਸਮਝੋ। ਇਸੇ ਤਰ੍ਹਾਂ ਹੀ ਜਿਹੜਾ ਸਤ ਸੰਗਤ ਹੈ, ਇਹਨੂੰ ਵੀ ਬਾਹਰਲੇ ਇਕੱਠ ਨੂੰ ਸਤ ਸੰਗਤ ਨਾ ਸਮਝੋ। ਇਹ ਸੂਖਮ ਹੈ, ਸਾਰਾ ਅੰਦਰ ਹੈ। ਜਿੱਦਾਂ ਆਪਾਂ ਲਾਵਾਂ ਦਾ ਜਿਹੜਾ ਪਾਠ ਹੈ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿਚਾਰ ਕੇ ਆਏ ਆ ਪਿੱਛੇ, ਉਹਦੇ ਚ ਸੰਤ ਜਨ, ਪੰਡਤ ਪਾਂਧੇ, ਸਾਰੇ ਜਿੰਨੇ ਵੀ ਪ੍ਰਾਹੁਣੇ, ਕੁੜਮਾਈ ਹੋਈ, ਫਿਰ ਲਗਨ, ਸਾਰਾ ਲਗਨ ਕੱਢਣ ਵਾਲੇ, ਕੁੜਮ ਕੁੜਮਾਈ ਕਰਨ ਵਾਲੇ, ਸਭ ਸੂਖਮ ਹੈ। ਜੇ ਆਪਾਂ ਬਾਹਰ ਸਮਝ ਲਾਂਗੇ ਤੇ ਆਪਾਂ ਦੇਹਾਂ ਨਾਲ ਜੁੜ ਜਾਾਂਗੇ। ਦੇਹਾਂ ਤੋਂ ਕੱਖ ਨਹੀਂ ਲੱਭਣਾ। ਜਿੰਨਾ ਚਿਰ ਦੇਹ ਚ ਹੋਵਾਂਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਟੋਟਲੀ ਇਹਨੂੰ ਕਹਿ ਲਓ ਮਾਇਆ, ਜਾਂ ਇਹਨੂੰ ਕਾਲ ਕਹਿ ਲਓ, ਕਾਲ। ਇਹ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਡੇ ਤੋਂ ਇੱਕ ਸਟੈਪ ਅੱਗੇ ਰਹੇਗਾ, ਔਰ ਮੌਕਾ ਮਿਲਦੇ ਸਾਰ ਹੀ ਇਹਨੇ ਸਟੈਬ ਕਰਨਾ, ਤੁਹਾਨੂੰ ਨਾਮ ਜਪਣ ਤੋਂ ਹਟਾਉਣਾ। ਇਹੀ ਖੇਲ ਹੈ, ਮੌਲਾ ਦਾ ਖੇਲ ਹੈ। ਇਹਨੂੰ ਨਹੀਂ ਅਸੀਂ ਕੁਛ ਚੈਲੰਜ ਕਰ ਸਕਦੇ। ਸੋ ਜਿਹੜੀ ਸਤ ਦੀ ਸੰਗਤ ਹੈ, ਜਿਹਨੂੰ ਅਸੀਂ ਸਤ ਨਾਮ ਕਹਿੰਦੇ ਆ, ਪਹਿਲਾਂ ਹੀ ਇੱਕ ਓਂਕਾਰ ਜਾਂ ਇੱਕ ਓਂਕਾਰ ਤੇ ਕਿਤੇ ਵੀ ਨਹੀਂ ਲਿਖਿਆ।
ਇਹ ਵੀ ਆਪਾਂ ਬੋਲੀ ਤੇ ਗੁਰਮੁਖੀ ਲਿਪੀ ਤੇ ਟਾਈਮ ਲਾਵਾਂਗੇ ਕਿਸੇ ਦਿਨ। ਉੱਤਮ ਸਿੰਘ ਸਾਡੇ ਜਿਹੜੇ ਜਿੰਨੇ ਵੀ ਅੱਖਰ ਆਉਣਗੇ ਸਾਡੇ, ਜਿਹੜੇ ਲਿਪੀ ਦੇ ਅੱਖਰ ਨੇ, ਉਹਨਾਂ ਦਾ ਸਾਊਂਡ ਡਬਲ ਹੋਏਗਾ। ਜਿੱਦਾਂ ਸੱਸਾ, ਹਾ, ਹਾ। ਜਦੋਂ ਤੁਸੀਂ ਇਹੀ ਅੱਖਰ ਹਿੰਦੀ 'ਚ ਪੜ੍ਹੋਗੇ ਜਾਂ ਦੇਵਨਾਗਰੀ ਲਿਪੀ 'ਚ ਪੜ੍ਹੋਗੇ, ਉਹ ਬੋਲਦੇ ਸ, ਹ, ਰ, ਮ। ਲੇਕਿਨ ਇਹ ਸਾਡੀ ਬੋਲੀ ਇੱਥੋਂ ਹੀ ਸਿੱਧ ਹੁੰਦਾ ਕਿ ਸਾਡੀ ਬੋਲੀ ਬਹੁਤ ਪਾਵਰਫੁਲ ਆ। ਇਹਦਾ ਸਾਊਂਡ ਡਬਲ ਆ। ਜਿਹੜਾ ਸੋ ਕਾਲਡ ਜਿਹਨੂੰ ਕਹਿੰਦੇ ਮੈਂ ਤੇ ਹੁਣ ਆਪਣਾ ਪੱਕਾ ਕਰ ਬੈਠਾ ਅੰਦਰ, ਜਿਹਨੂੰ ਸੋ ਕਾਲਡ, ਇਹ ਜਿਹੜੇ ਵੋਵਲਸ ਨੇ, ਓ, ਆ, ਈ, ਇਹ ਵੀ ਦੱਸਾਂਗੇ, ਇਹ ਨੈਚੁਰਲ ਸਾਊਂਡਸ ਨੇ। ਦੁਨੀਆ ਦਾ ਹਰ ਜੰਮਣ ਵਾਲਾ ਬੱਚਾ ਔਰ ਬੱਚੇ ਨੂੰ ਜਨਮ ਦੇਣ ਵਾਲੀ ਇਸਤਰੀ ਇਸ ਸਾਊਂਡ ਚੋਂ ਲੰਘਦੀ, ਭਾਵੇਂ ਉਹ ਜਿਹੜੀ ਮਰਜ਼ੀ ਬੋਲੀ ਨਾਲ ਸੰਬੰਧਿਤ ਹੋਣ। ਇਹ ਆਪਾਂ ਅੱਗੇ ਸ਼ਬਦਾਂ ਰਾਹੀਂ ਸਾਰਾ ਕੱਢਾਂਗੇ। ਸੋ ਇਹ ਜਿਹੜੇ ਅੱਖਰ ਨੇ ਇਹ ਹਨ ਓ, ਆ, ਈ। ਉੱਤਮ ਸਿੰਘ ਲਿਖਣਾ ਹੋਏ, ਉੱਤਮ ਸਿੰਘ, ਆਪਾਂ ਉਹਨੂੰ ਫਿਰ ਕੀ ਪੜਾਂਗੇ? ਉੜੁੱਤਮ ਸਿੰਘ। ਇਹ ਲਫ਼ਜ਼ ਊੜਾ ਨਹੀਂ ਹੈ, ਇਹ ਲਫ਼ਜ਼ ਹੈ, ਇਹ ਵੋਵਲਸ ਨੇ। ਲਿਪੀ ਜਿਹਨੂੰ ਸਟਾਰਟ ਹੁੰਦੀ ਆ ਉਹ ਸੱਸੇ ਤੋਂ ਸਟਾਰਟ ਹੁੰਦੀ ਹੈ। ਸੋ ਇਹ ਪਹਿਲਾ ਹਿੰਸਾ ਲਿਆ ਉਹਨਾਂ ਨੇ ਡਿਜਿਟ 1, ਉਹਦੇ ਅੱਗੇ ਲਿਪੀ ਦਾ ਜਿਹੜਾ ਪਹਿਲਾ ਅੱਖਰ ਹੈ ਓ, ਆ, ਈ, ਜਿਹੜੇ 3 ਵੋਵਲਸ ਨੇ, ਸਾਰੇ ਅੱਖਰਾਂ ਨਾਲ ਲੱਗਦੇ ਨੇ। ਇਹ ਲਿਖ ਕੇ ਉਹਦਾ ਮੂੰਹ ਖੁੱਲਾ ਛੱਡਿਆ ਕਿ ਉਹ ਧੁਨ ਹੈ। ਧੁਨ ਜਿਹੜੀ ਹੈ ਉਹ ਕੰਟੀਨਿਊਸਲੀ ਬ੍ਰਹਿਮੰਡ ਦੇ ਵਿੱਚ ਵੱਜ ਰਹੀ ਹੈ ਔਰ ਉਹਦੇ 'ਚ ਕੋਈ ਸਟਾਪ ਨਹੀਂ ਹੈ, ਉਹਦੇ 'ਚ ਕੋਈ ਪੌਜ਼ ਨਹੀਂ ਹੈ। ਇਸ ਗੱਲ ਤੇ ਆਪਾਂ ਬਾਅਦ 'ਚ ਆਵਾਂਗੇ। ਅੱਜ ਮੈਂ ਸਿਰਫ ਇੱਕ ਟੂਕ ਮਾਤਰ ਇਸ ਗੱਲ 'ਚੋਂ ਲੰਘਣ ਲੱਗਾ। ਇਸ ਤਰ੍ਹਾਂ ਹੀ ਸਤ ਸੰਗਤ ਕੈਸੀ ਜਾਣੀ ਹੈ। ਇਹ ਅੰਦਰ ਹੋਏਗੀ ਸਤ ਸੰਗਤ, ਇਹ ਬਾਹਰ ਨਹੀਂ ਹੋਏਗੀ। ਬਾਹਰ ਲੱਖ ਕੋਸ਼ਿਸ਼ਾਂ ਕਰ ਲਓ, ਜਦੋਂ ਆਪਾਂ ਇਕੱਠ 'ਚ ਹੋਵਾਂਗੇ ਆਪਾਂ ਇਹ ਕੰਮ ਨਹੀਂ ਕਰ ਸਕਾਂਗੇ। ਇਹ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ ਉੱਥੇ। ਸਤ ਸੰਗਤ ਤੇ ਕੈਸੀ ਜਾਣੀ ਹੈ, ਜਿੱਥੇ ਕੋ ਨਾਮ ਵਖਾਣੀ ਹੈ। ਹੁਣ ਇੱਥੇ ਸਤ ਵੀ ਆ ਗਿਆ ਤੇ ਨਾਮ ਵੀ ਆ ਗਿਆ। ਠੀਕ ਹੈ, ਇਹ ਸਾਰਾ ਜਿਹੜਾ ਹੈ ਸਤ ਨਾਮ ਦਾ ਹੀ ਜਿਹੜਾ ਅੱਗੇ ਖਿਲਾਰਾ ਹੈ, ਅੱਗੇ ਐਕਸਪਲੇਨੇਸ਼ਨ ਹੈ, ਵਿਆਖਿਆ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਜਿਹੜਾ ਨਾਮ ਹੈ ਇਹ ਹੀ ਹੁਕਮ ਹੈ। ਏਕੋ ਨਾਮ, ਨਾਮ ਕੀ ਹੈ? ਹੁਕਮ ਹੈ। ਨਾਨਕ ਛਾਪ ਹੈ ਔਰ ਉਹ ਸੱਤੇ ਗੁਰੇ, ਸਦਾ ਰਹਿਣ ਵਾਲੇ ਗੁਰੂ ਨੇ ਇਹ ਚੀਜ਼ ਬੁਝਾ ਦਿੱਤੀ ਹੈ, ਸਮਝਾ ਦਿੱਤੀ ਹੈ। ਤਾਈਓ ਇੱਥੇ ਪੜ੍ਹਾ ਦਿੱਤੀ ਨਹੀਂ ਲਿਖਿਆ। ਨਾਨਕ ਸਤਿਗੁਰ ਦੀਆ ਪੜ੍ਹਾਏ ਜੀਓ ਨਹੀਂ ਲਿਖਿਆ, ਇੱਥੇ ਬੁਝਾਏ ਜੀਓ ਹੈ। ਕਿ ਇਹ ਜਦੋਂ ਅਸੀਂ ਕੋਈ ਚੀਜ਼ ਬੁੱਝਾਂਗੇ, ਇਹ ਆਪਾਂ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਬਾਣੀ ਪੜ੍ਹੀ ਹੈ, 4 ਲਾਵਾਂ, ਉਹਦੇ 'ਚ ਦ੍ਰਿੜਾਏ ਬਹੁਤ ਵਾਰੀ ਆਇਆ। ਦ੍ਰਿੜਾਏ, ਸੋ ਦ੍ਰਿੜ ਹੋਣ ਦਾ ਮਤਲਬ ਪੱਕਾ ਕਰਨਾ, ਕਿ ਇਹ ਚੀਜ਼ ਪੱਕੀ ਕਰ ਲਓ। ਬੁੱਝਣ ਦਾ ਮਤਲਬ ਕਿ ਇਹ 100 ਗੱਲਾਂ ਦੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ। ਜਿੱਦਾਂ ਕਹਾਵਤ ਹੁੰਦੀ ਹੈ, ਏਕ ਅਨਾਰ 100 ਬਿਮਾਰ। ਠੀਕ ਹੈ, ਉਹਨੂੰ ਆਪਾਂ ਬੁੱਝਦੇ ਹਾਂ, ਉਹਨੂੰ ਆਪਾਂ ਸਮਝਦੇ ਹਾਂ। ਉਹ ਗੱਲ ਜਿੱਦਾਂ 8 ਪੈਰ ਯੂਜ਼ ਕੀਤਾ ਗਿਆ, 8 ਪੈਰ। 8 ਪੈਰ ਤੁਸੀਂ ਦੇਹ ਦੇ ਵਿੱਚ ਹੁੰਦਿਆਂ ਨਹੀਂ ਉਹ ਕੰਮ ਕਰ ਸਕਦੇ। ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਇਹ ਕੰਮ ਜਿਹੜਾ ਹੈ ਦੇਹ ਦੇ ਵਿੱਚ ਹੋ ਨਹੀਂ ਸਕਦਾ। ਦੇਹ 'ਚ ਕਰੋਗੇ, ਹੱਠ ਕਰਕੇ ਬਹਿ ਵੀ ਜਾਓਗੇ 8 ਘੰਟੇ 20 ਘੰਟੇ, ਗੋਡੇ ਖਰਾਬ ਹੋ ਜਾਣਗੇ।
ਗੋਡੇ ਦੁਖਣੇ ਸ਼ੁਰੂ ਹੋ ਜਾਣਗੇ। ਪਹਿਲੀ ਗੱਲ ਤੇ ਅਸੀਂ ਵੈਸੇ ਗ੍ਰਸਤੀ ਦਾ ਸਾਡਾ ਮਾਰਗ ਹੈ, ਅਸੀਂ ਇਹ ਕੰਮ ਕਰ ਹੀ ਨਹੀਂ ਸਕਦੇ ਬੈਠ ਕੇ। ਸਾਡੀ ਜਿਹੜੀ ਭਗਤੀ ਹੈ, ਉਠੰਦਿਆਂ, ਬਹੰਦਿਆਂ, ਸਵੰਦਿਆਂ, ਖਵੰਦਿਆਂ, ਇਹ ਮੈਥਡ ਪਹਿਲਾਂ ਨਹੀਂ ਸੀ ਹੈ। ਬਿਲਕੁਲ ਪਹਿਲਾਂ ਨਹੀਂ ਸੀ ਹੈਗਾ ਇਹ ਮੈਥਡ। ਇਹ ਮੈਥਡ ਵਿਧੀ ਗੁਰੂ ਨਾਨਕ ਨੇ ਉਜਾਗਰ ਕੀਤੀ ਹੈ। ਪਹਿਲਾਂ ਤਾਂ ਦੇਖੋ ਹਿਸਟਰੀ ਲਿਖੀ ਹੈ, ਜੋਗੀ ਜਿਹੜੇ ਰਿਸ਼ੀ ਮੁਨੀ ਜਿਹੜੇ ਉਹ ਬੈਠੇ ਰਹਿੰਦੇ ਸੀ ਪਹਾੜਾਂ 'ਚ ਜਾ ਕੇ, ਮੁੜ ਕੇ ਲੱਤਾਂ ਨਹੀਂ ਸੀ ਚੱਲਦੀਆਂ ਉਹਨਾਂ ਦੀਆਂ। ਉਹ ਯੋਧੇ ਨਹੀਂ ਸੀਗੇ, ਗ੍ਰਸਤੀ ਨਹੀਂ ਸੀਗੇ। ਸੋ ਜਿਹੜਾ ਨਾਮ ਹੈ ਇਹੀ ਹੁਕਮ ਹੈ। ਹੁਣ ਇਸ ਤੋਂ ਬਾਅਦ ਜਿੱਥੇ ਵੀ ਕਿਤੇ ਹੁਕਮ ਲਿਖਿਆ ਮਿਲੇਗਾ ਸਾਨੂੰ, ਉਹਦਾ ਮਤਲਬ ਹੈ ਨਾਮ। ਆਪਾਂ ਗੁਰਬਾਣੀ ਨੂੰ ਗੁਰਬਾਣੀ ਨਾਲ ਖੋਲ੍ਹਣਾ। ਗੁਰਬਾਣੀ ਨੂੰ ਸਿਰਫ ਤੇ ਸਿਰਫ ਆਪਾਂ ਗੁਰਬਾਣੀ ਨਾਲ ਹੀ ਸਮਝ ਸਕਦੇ ਹਾਂ। ਜੇ ਇਹਦੇ 'ਚ ਕੋਈ ਮੈਂ ਟੂ ਦਾ ਪੁਆਇੰਟ ਗੱਲ ਕਰਨੀ ਹੈ, ਕੋਈ ਐਕਸਪਲੇਨੇਸ਼ਨ ਨਹੀਂ ਹੈ, ਕੋਈ ਹੋਰ ਜ਼ਿਆਦਾ ਆਪਾਂ ਲਫ਼ਜ਼ ਨਹੀਂ ਲੱਛੇਦਾਰ ਯੂਜ਼ ਕਰਨੇ। ਕਈ ਜਿਹੜੇ ਸ਼ਬਦ ਨੇ ਉਹ ਸਾਖੀਆਂ ਨਾਲ ਚੰਬੇੜ ਦਿੱਤੇ ਗਏ। ਉਹ ਕਹਿੰਦੇ ਜੀ ਆਹ ਸਾਖੀਆਂ ਸ਼ਬਦਾਂ ਦੇ ਨਾਲ ਸਾਖੀਆਂ ਚੰਬੇੜੀਆਂ ਨੇ ਐਕਚੁਅਲੀ। ਮੈਂ ਆਪਣੇ ਵਰਡਸ ਵਾਪਸ ਲੈਣਾ। ਸ਼ਬਦਾਂ ਦੇ ਨਾਲ ਸਾਖੀਆਂ ਇਹਨਾਂ ਨੇ ਘੜ ਕੇ ਬੰਦਿਆਂ ਦੀਆਂ ਲਿਖੀਆਂ ਉਹ ਸ਼ਬਦਾਂ ਦੇ ਨਾਲ ਜੋੜ ਦਿੱਤੀਆਂ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਕਿੱਦਾਂ ਦੀ ਸਾਖੀ ਇਹਦੇ ਨਾਲ ਆਉਂਦੀ ਹੈ ਜੀ। ਠੀਕ ਹੈ, ਇਹ ਸ਼ਬਦ ਸਾਰੇ ਜਿਹੜੇ ਨੇ ਸੂਖਮ ਨੇ, ਅੰਦਰ ਕਲਾ ਵਰਤਣੀ ਹੈ। ਇਹ ਜਿਹੜਾ ਨਾਮ ਦਾ ਹੁਕਮ ਹੈ, ਇਹਨੂੰ ਦੇਹ 'ਚ ਰਹਿ ਕੇ ਜਿਉਂਦੇ ਜੀ ਅਸੀਂ ਸੂਖਮ ਦੇ ਵਿੱਚ ਆਉਣਾ ਹੈ। ਜਿਉਂਦੇ ਜੀ ਅਸੀਂ ਸੁਣਿਆਂ ਦੀਆਂ ਪੌੜੀਆਂ ਆਪਾਂ ਸੁਣਿਆਂ ਦੇ ਬੰਦ ਆਪਾਂ ਪੜ੍ਹਦੇ ਹਾਂ। ਸੁਣਿਆਂ ਦੇ ਅੰਕ ਜਿਹੜੇ ਨੇ ਪਹਿਲੀ ਬਾਣੀ ਦੇ ਵਿੱਚ ਆਪਾਂ ਉਹ ਅੰਕ ਪੜ੍ਹਦੇ ਹਾਂ। ਉਹ ਪੌੜੀ ਤੇ ਤਾਂ ਕਹੀਏ ਜੇ ਉੱਥੇ ਲਿਖਿਆ ਹੋਵੇ ਪੌੜੀ। ਜਿੱਥੇ ਲੋੜ ਹੈ ਪੌੜੀ ਦੀ ਉੱਥੇ ਲਿਖਿਆ ਹੈ ਉਹਨਾਂ ਨੇ ਪੌੜੀ। ਦੂਜੀ ਕਾਰੇ ਲੱਗਿਆਂ ਫਿਰ ਜੂਨੀ ਪਾਈ ਹੈ। ਉਹ ਪੌੜੀਆਂ ਹੋਣਗੀਆਂ। ਇੱਥੇ ਪੌੜੀਆਂ ਨਹੀਂ ਕਿਤੇ ਇਹ ਅੰਕ ਨੇ। ਇਹ ਨੰਬਰਸ ਪਾਏ ਨੇ ਕਿ ਇੱਕ ਨੰਬਰ ਨੂੰ ਸਮਝ ਕੇ ਬੁੱਝਦੇ ਜਾਓ ਔਰ ਹੁਕਮ ਨੂੰ ਮੰਨਦੇ ਜਾਓ। ਕਿਉਂਕਿ ਹਰ ਜਿਹੜੀ ਗੱਲ ਹੈ ਉਹ ਹੁਕਮ ਦੇ ਉੱਤੇ ਆ ਕੇ ਟਿਕਣੀ ਹੈ। ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਹੈ ਸਤ ਸੰਗਤ ਕਿੱਦਾਂ ਦੀ ਹੋਵੇ ਅੰਦਰ। ਸਤ ਸੰਗਤ ਅੰਦਰ ਕਿੱਦਾਂ ਦੀ ਹੋਵੇ? ਇੱਕ ਸੰਗਤ ਅਸੀਂ ਬਾਹਰ ਕਰਨੀ ਗੁਰਦੁਆਰੇ ਜਾ ਕੇ, ਇੱਕ ਸਾਡੀ ਆਪਣੀ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਸੋ ਇਹ ਅਸੀਂ ਸੰਗਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਾਹਰ ਦੀ ਸੰਗਤ ਵੀ ਅਸੀਂ ਕਰਨੀ ਹੈ। ਠੀਕ ਹੈ, ਗੁਰਦੁਆਰੇ ਸਥਾਨ ਬਣੇ ਨੇ, ਉੱਥੇ ਜਾ ਕੇ ਆਪਾਂ ਬਾਣੀ ਸੁਣਨੀ ਹੈ, ਇਹ ਉਹਦਾ ਮੰਤਵ ਹੈ। ਬਾਣੀ ਪੜ੍ਹਨੀ ਸਿੱਖਣੀ ਹੈ, ਆਪਣੀ ਬੋਲੀ ਸਿੱਖਣੀ ਹੈ, ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣਨਾ, ਬਾਣੀ ਸੁਣਨੀ ਹੈ ਔਰ ਫਿਰ ਉਹਨੂੰ ਬੁੱਝਣਾ ਹੈ ਅਸੀਂ ਵੀ ਬਾਣੀ ਜਿਹੜੀ ਹੈ ਇਹ ਕਹਿ ਕੀ ਰਹੀ ਹੈ ਸਾਨੂੰ। ਇਹ ਮੈਂ ਪਿਛਲੀ ਦਫਾ ਵੀ ਕਿਹਾ ਸੀ, ਬੜੀ ਇੰਪੋਰਟੈਂਟ ਗੱਲ ਹੈ। ਗੁਰੂ ਨਾਨਕ ਬਾਣੀ ਇਸ ਤਰ੍ਹਾਂ ਉਚਾਰ ਰਹੇ ਨੇ, ਸਾਨੂੰ ਇਨਸਟਰਕਸ਼ਨਸ ਦੇ ਰਹੇ ਨੇ ਕਿ ਆ ਇੱਥੇ ਨਲਕਾ, ਆ ਬਾਲਟੀ ਪਈ ਹੈ, ਨਲਕਾ ਗੇੜ ਕੇ ਅਸੀਂ ਬਾਲਟੀ ਭਰਨੀ। ਹੁਣ ਮੇਰੇ ਵਰਗਾ ਇਸੇ ਹੁਕਮ ਨੂੰ ਰਿਪੀਟ ਕਰੀ ਜਾਊਗਾ ਵੀ ਆਹ ਨਲਕਾ, ਆਹ ਬਾਲਟੀ ਹੈ, ਨਲਕਾ ਗੇੜ ਕੇ ਬਾਲਟੀ ਭਰਨੀ ਹੈ। ਆਹ ਨਲਕਾ, ਆਹ ਬਾਲਟੀ ਹੈ, ਨਲਕਾ ਗੇੜ ਕੇ ਬਾਲਟੀ ਭਰਨੀ ਹੈ। ਉਹ ਬਾਲਟੀ ਭਰਨੀ ਕਦੋਂ ਹੈ? ਉਹ ਕੰਮ ਪ੍ਰੈਕਟੀਕਲੀ ਨਲਕਾ ਗੇੜ ਕੇ ਪਾਣੀ ਕੱਢਣਾ ਕਦੋਂ ਆ? ਕਦੋਂ ਬਾਲਟੀ ਭਰਨੀ ਹੈ? ਅਸੀਂ ਇਹ ਆਪਣੇ ਬਾਪੂ ਦਾ ਹੁਕਮ ਮੰਨਣਾ, ਇਹਨੂੰ ਬੁੱਝਣਾ ਹੈ ਅਸੀਂ। ਇਹ ਹੈ ਹੁਕਮ ਬਾਣੀ ਦੀ, ਜਿਹੜੀ ਬਾਣੀ ਦਾ ਬੁੱਝਣਾ ਇਹ ਹੈ ਕਿ ਉਸ ਤਰ੍ਹਾਂ ਕਰਨਾ ਸ਼ੁਰੂ ਕਰੀਏ ਅਸੀਂ। ਇਹ ਨਹੀਂ ਹੈ ਕਿ ਉਹ ਜੋ ਲਿਖ ਕੇ ਦਿੱਤੀਆਂ ਨੇ ਸਾਨੂੰ ਇਨਸਟਰਕਸ਼ਨਸ, ਅਸੀਂ ਉਹਨਾਂ ਇਨਸਟਰਕਸ਼ਨ ਨੂੰ ਰਿਪੀਟ ਕਰੀ ਜਾਈਏ।
ਰਿਪੀਟ ਕਰੋ, ਸਮਝਣ ਵਾਸਤੇ ਰਿਪੀਟ ਕਰੋ। ਲੇਕਿਨ ਜਿਹੜੀ ਗੱਲ ਲੇਖੇ 'ਚ ਆਉਣੀ ਹੈ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਮਹਾਰਾਜ ਨੇ ਤੇ ਇਹ ਵੀ ਲਿਖਿਆ ਵੀ ਪਾਠ ਪੜ੍ਹ ਕੇ ਹਉਮੈ ਚੜ੍ਹੇਗੀ। ਇਹ ਵੀ ਲਿਖਿਆ ਵੀ ਪਾਠ ਪੜ੍ਹ ਕੇ ਅਸੀਂ ਕਿਤੇ ਪਹੁੰਚ ਨਹੀਂ ਸਕਦੇ। ਹੁਣੇ 10 ਐਗਜ਼ਾਮਪਲਸ ਕੱਢ ਲਾਂਗੇ ਗੁਰਬਾਣੀ ਚੋਂ। ਲੇਕਿਨ ਅਸੀਂ ਬੜੇ ਸਤਿਕਾਰ ਦੇ ਨਾਲ, ਬਿਨਾਂ ਕਿਸੇ ਨੂੰ ਕੋਈ ਤਕਲੀਫ ਦਿੱਤਿਆਂ ਅਸੀਂ ਆਪ ਖੇਚਲ ਕਰਨੀ ਹੈ। ਕਿਸੇ ਤੋਂ ਪਾਠ ਨਹੀਂ ਅਸੀਂ ਕਰਾ ਸਕਦੇ। ਇਹ ਸਿੱਖੀਜ਼ਮ ਦਾ ਮਾਰਗ ਨਹੀਂ ਹੈ। ਇਹ ਹਿੰਦੂਇਜ਼ਮ, ਬ੍ਰਾਹਮਣਿਜ਼ਮ ਦਾ ਮਾਰਗ ਸੀ ਕਿ ਉਹ ਆਪਣੇ ਹੱਥ 'ਚ ਪੂਰੀ ਕਮਾਂਡ ਰੱਖਦਾ ਸੀ ਬਾਹਮਣ। ਕਿਸੇ ਨੂੰ ਨਹੀਂ ਸੀ ਦੱਸਦਾ ਉਹ ਕਿ ਕਿਹੜਾ ਮੰਤਰ ਹੈ। ਅੱਜ ਤਾਈਂ ਇਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਦੇ ਜਦੋਂ ਪੜ੍ਹਦੇ ਨੇ, ਸਾਡੇ ਵੀ ਉਹੀ ਹਾਲਤ ਹੋ ਗਈ ਹੈ। ਹੁਣ ਕਿਹਨੂੰ ਕਹੀਏ? ਜਦੋਂ ਇਹਨਾਂ ਦੇ ਫੇਰੇ ਹੁੰਦੇ ਨੇ, ਜਦੋਂ ਇਹਨਾਂ ਦੇ ਵਿਆਹ ਹੁੰਦੇ ਨੇ, ਬ੍ਰਾਹਮਣ ਐਸੇ ਮੰਤਰ ਪੜ੍ਹਦਾ ਉਹ ਕਿਸੇ ਨੂੰ ਸਮਝ ਨਹੀਂ ਆਉਂਦੇ। ਔਰ ਸਾਡੇ ਵੀ ਹਾਲਾਤ ਅੱਜ ਕੱਲ੍ਹ ਬਿਲਕੁਲ ਏਦਾਂ ਹੋ ਗਏ ਨੇ। ਸੋ ਅਸੀਂ ਗੱਲ ਕਰ ਰਹੇ ਸੀ ਹੁਕਮ ਦੀ, ਜਿੱਥੇ ਇੱਕੋ ਨਾਮ ਵਖਾਣੀ ਹੈ। ਇਹ ਹੈ ਸਤ ਦੀ ਸੰਗਤ, ਸਤ ਨਾਮ ਦੀ ਸੰਗਤ। ਕਿਉਂ? ਇੱਕੋ ਨਾਮ ਹੁਕਮ ਹੈ, ਨਾਨਕ ਸਤ ਗੁਰੇ ਦੀਆ ਬੁਝਾਏ। ਜੀਓ, ਮੈਨੂੰ ਇਹ ਸਤਿਗੁਰੂ ਨੇ ਆਪ ਗੱਲ ਦ੍ਰਿੜ ਕਰਤੀ ਹੈ। ਔਰ ਇਹ ਸ਼ਬਦ ਉਚਾਰਿਆ ਹੋਇਆ ਮਹੱਲੇ ਪਹਿਲੇ ਦਾ, ਸ੍ਰੀ ਰਾਗ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ। ਸੋ ਇਹ ਅਸੀਂ ਹੁਕਮ ਨੂੰ, ਜਿਹੜਾ ਜਿੱਥੇ ਵੀ ਹੁਕਮ ਆ ਜਾਵੇ, ਅਸੀਂ ਉਸ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਹੁਕਮ ਹੈ ਕੀ ਹੈ। ਹੁਣ ਸ਼ਬਦ ਸਾਨੂੰ ਮਿਲਿਆ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਇਹ ਆਪਾਂ ਅਗਲੀਆਂ ਬੈਠਕਾਂ ਸਾਰੀਆਂ ਹੁਕਮ ਤੇ ਚਲਾਵਾਂਗੇ। ਜਦੋਂ ਆਪਾਂ ਨੂੰ ਦ੍ਰਿੜ ਹੋ ਗਿਆ, ਆਪਾਂ ਉਦੋਂ ਬਸ ਕਰਾਂਗੇ। ਕਈ ਸ਼ਬਦ ਇਹਦੇ ਚ ਆਉਣੇ ਨੇ। ਐਕਸਕਿਊਜ਼ ਮੀ। ਹੁਕਮ ਪਛਾਣ ਤਾਂ ਖਸਮੈ ਮਿਲਣਾ। ਰਹਾਉ ਦੂਜਾ। ਇੱਥੇ ਬੜੀ ਸੋਹਣੀ ਗੱਲ ਕਲੀਅਰ ਹੋਣੀ ਹੈ। ਇਹ ਕਬੀਰ ਸਾਹਿਬ ਦਾ ਸ਼ਬਦ ਹੈ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਸਮਝਦੀ ਹੈ ਕਿ ਬੜਾ ਬੜਾ ਸਿੰਪਲ ਹੈ। ਆਪਾਂ ਇੱਥੇ ਟਾਈਮ ਨਹੀਂ ਲਾਵਾਂਗੇ, ਕੋਸ਼ਿਸ਼ ਕਰਾਂਗੇ ਹੋਰ ਆਪਾਂ ਬਾਣੀ ਗਿਆਨ ਪੜ੍ਹ ਕੇ ਉਹਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ। ਮਾਂ ਸਮਝਦੀ ਹੈ ਕਿ ਪੁੱਤ ਵੱਡਾ ਹੋ ਰਿਹਾ, ਪਰ ਇੰਨੀ ਗੱਲ ਨਹੀਂ ਸਮਝ ਆਉਂਦੀ ਕਿ ਜਿਉਂ-ਜਿਉਂ ਸਮਾਂ ਬੀਤ ਰਿਹਾ, ਉਹਦੀ ਉਮਰ ਘਟ ਰਹੀ ਹੈ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਹਮੇਸ਼ਾ ਹੀ ਮਾਂ ਆਖਦੀ ਹੈ ਮੇਰਾ ਪੁੱਤ, ਬੜਾ ਲਾਡ ਪਿਆਰ ਕਰਦੀ ਹੈ। ਪਰ ਦੂਸਰੇ ਪਾਸੇ ਜਿਹੜਾ ਕਾਲ ਹੈ, ਉਹ ਹੱਸ ਰਿਹਾ ਉਸ ਬਿਰਤੀ ਨੂੰ ਦੇਖ ਕੇ। ਕਿਉਂਕਿ ਪੁੱਤ ਵੱਡਾ ਤੇ ਹੋ ਰਿਹਾ, ਠੀਕ ਹੈ, ਲੇਕਿਨ ਉਹ ਡੇ ਬਾਏ ਡੇ ਆਪਣੇ ਅਖੀਰੀ ਸਮੇਂ ਵੱਲ ਵੱਧ ਰਿਹਾ। ਹੁਣ ਅੱਗੇ 1 ਨੰਬਰ ਤੋਂ ਬਾਅਦ ਰਹਾਉ ਦੀ ਤੁਕ ਹੈ। ਕਹਿੰਦੇ ਐਸਾ ਤੈਂ ਜਗ ਭਰਮੇ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਪਹਿਲੇ ਦਿਨ ਜਦੋਂ ਮੈਂ ਇਹ ਸਟਾਰਟ ਕੀਤਾ ਸੀ ਕੰਮ ਬਾਣੀ ਪੜ੍ਹਨ ਦਾ ਜ਼ੂਮ ਦੇ ਉੱਤੇ, ਮੈਂ ਬਾਰ-ਬਾਰ ਬੇਨਤੀ ਕੀਤੀ ਸੀ ਕਿ ਆਪਣਾ ਮਾਈਂਡ ਸੈੱਟ ਤੁਹਾਨੂੰ ਚੇਂਜ ਕਰਦਿਆਂ ਸਮਾਂ ਲੱਗ ਜਾਣਾ। ਇਹ ਕਰਨਾ ਪੈਣਾ। ਜਿਹੜਾ ਮਾਈਂਡ ਸੈੱਟ ਤੁਹਾਡਾ ਚੱਲ ਰਿਹਾ ਹੈ ਇਸ ਵੇਲੇ, ਜਾਂ ਸਾਡਾ ਚੱਲ ਰਿਹਾ ਹੈ ਇਸ ਵੇਲੇ, ਜੋ ਸਿਸਟਮ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਉਹ ਸਿਸਟਮ ਫੇਲ ਹੈ।
ਉਸ ਸਿਸਟਮ ਨੇ ਸਾਨੂੰ ਕਿਤੇ ਨਹੀਂ ਪਹੁੰਚਾਇਆ। ਮੈਂ ਧਾਰਮਿਕ ਸਿਸਟਮ ਦੀ ਗੱਲ ਕਰ ਰਿਹਾ। ਨਾ ਸਾਡਾ ਕੈਰੈਕਟਰ ਬਣਿਆ, ਨਾ ਸਾਡੇ 'ਚੋਂ ਗੁਣ ਪ੍ਰਗਟ ਹੋਏ, ਜਿਹੜੇ ਗੁਣ ਬਾਬਾ ਨਾਨਕ ਚਾਹੁੰਦਾ ਸੀ ਸੰਗਤ ਦੇ ਵਿੱਚ ਪ੍ਰਗਟ ਕਰਨੇ, ਤੇ ਨਾ ਹੀ ਅਸੀਂ ਗੁਰੂ ਵਾਲੇ ਬਣੇ। ਨੁਕਸਾਨ ਕੀ ਹੋਇਆ? ਸਾਡੀ ਬੋਲੀ ਵੀ ਸਾਡੀ ਜ਼ੁਬਾਨ ਤੋਂ ਗਈ। ਸਾਡੀ ਆਉਣ ਵਾਲੀ ਪੀੜ੍ਹੀ ਵੀ ਸਾਡੇ ਹੱਥੋਂ ਗਈ ਔਰ ਅਸੀਂ ਆਪਣਾ ਵੀ ਨੁਕਸਾਨ ਕਰ ਲਿਆ। ਐਸਾ ਤੈਂ ਜਗ ਭਰਮੇ ਲਾਇਆ। ਕੈਸੇ ਬੂਝੈ? ਬੁੱਝੇ ਕਿੱਦਾਂ? ਅਜੇ ਤਾਂ ਸਮਝਣ ਦਾ ਹੀ ਟਾਈਮ ਨਹੀਂ ਆਇਆ। ਪਰ ਉਹ ਸਮਝ ਨੂੰ ਬੁੱਝਣਾ ਕਿੱਦਾਂ ਹੈ? ਜਬ ਮੋਹਿਆ ਹੈ ਮਾਇਆ। ਮਾਇਆ ਤੇ ਵਿਆਪੀ ਪਈ ਹੈ ਪੈਰ ਪੈਰ ਤੇ। ਇਹ ਹੈ ਸ਼ਬਦ ਦਾ ਰਹਾਓ। ਇਸੇ ਉੱਤੇ ਸਾਰਾ ਘੁੰਮਣਾ। ਕਿਹੜੇ ਭਰਮ ਚ ਲਾਇਆ ਜੱਗ ਨੂੰ? ਮਾਇਆ ਚ ਕਿਵੇਂ ਬੁੱਝਿਆ ਬੰਦਾ? ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਜਮਰਾਓ ਇੱਕ ਨੌਕਰ ਹੈ ਅਕਾਲ ਪੁਰਖ ਦਾ, ਜਿਹਦੀ ਉਹਨੇ ਡਿਊਟੀ ਲਾਈ ਹੈ। ਇੱਕ ਪੋਰਟਫੋਲੀਓ ਹੈ, ਇੱਕ ਰੈਂਕ ਹੈ, ਕੋਈ ਜੂਨ ਹੈ ਇੱਕ ਤਰ੍ਹਾਂ ਦੀ। ਇਸ ਜੂਨ ਚ ਰੱਬ ਕਿਸੇ ਨੂੰ ਵੀ ਪਾ ਸਕਦਾ, ਕਿਸੇ ਦੀ ਵੀ ਡਿਊਟੀ ਲੱਗ ਸਕਦੀ ਹੈ। ਸੋ ਉਹ ਆਪਣਾ ਕੰਮ ਕਰ ਰਿਹਾ, ਪਤਾ ਉਹਨੂੰ ਵੀ ਹੈ। ਸ਼ਬਦ ਆਉਣਗੇ ਅੱਗੇ ਵਿਚਾਰ ਹੇਠ ਕਿ ਜਿਹੜੇ ਅਭਿਆਸੀ ਜਨ ਹੁੰਦੇ ਨੇ, ਨਾਮ ਜਪਣ ਵਾਲੇ ਹੁੰਦੇ ਨੇ, ਜਮਰਾਜ ਉਹਨਾਂ ਨੂੰ ਮਿਲ ਕੇ ਬੇਨਤੀ ਕਰਦਾ। ਪਤਾ ਕੀ ਬੇਨਤੀ ਕਰਦਾ? ਕਹਿੰਦਾ ਮੈਂ ਤੇਰਾ ਸੇਵਕ ਬਣ ਜਾਊਂਗਾ, ਤੂੰ ਗਾਂਹ ਜਾ ਰਿਹਾ ਹੈ, ਅਕਾਲ ਪੁਰਖ ਨਾਲ ਤੇਰੀ ਮੁਲਾਕਾਤ ਹੋਣੀ ਹੈ, ਕਿਤੇ ਮੇਰੀ ਵੀ ਸਿਫਾਰਿਸ਼ ਕਰ ਦੇ, ਕਿਤੇ ਮੇਰੇ ਬਾਰੇ ਵੀ ਜਾ ਕੇ ਥੋੜਾ ਜਿਹਾ ਕਹਿ ਦੀ ਉੱਥੇ। ਇਹ ਸ਼ਬਦ ਆਉਣੇ ਨੇ ਅੱਗੇ। ਜਮਕਾਲ ਜਿਹੜਾ ਹੈ, ਜਮਰਾਓ ਜਿਹੜਾ ਸੇਵਕ ਬਣ ਜਾਂਦਾ ਤੁਹਾਡਾ। ਇਹ ਹੈ ਨਾਮ ਦੀ ਤਾਕਤ, ਇਹ ਹੈ ਸ਼ਬਦ ਦੀ ਤਾਕਤ। ਸੋ ਇੱਥੇ ਕੀ ਹੈ? ਇੱਥੇ ਮਨ ਸੋਚ ਰਿਹਾ ਲੈ ਵੀ ਮੈਂ ਤੇ ਮੈਚਿਓਰਡ ਹੋ ਰਿਹਾ, ਲੈ ਮੈਂ ਪਹਿਲਾਂ ਸਕੂਲੇ ਪੜ੍ਹਦਾ ਸੀ, ਹੁਣ ਮੈਂ ਜੌਬ ਲੈ ਲਈ ਹੈ, ਪੜ੍ਹ ਲਿਖ ਗਿਆ, ਹੁਣ ਮੈਂ ਆਪਣਾ ਗ੍ਰਸਤ ਜੀਵਨ ਵਸਾਊਂਗਾ। ਉਹ ਇਹ ਗੱਲਾਂ 'ਚ ਪਿਆ ਰਹਿੰਦਾ, ਇਹ ਸੋਚਾਂ 'ਚ ਗੜੁੰਦਿਆ ਰਹਿੰਦਾ, ਤੇ ਇੱਕ ਦਿਨ ਜਾਣ ਦਾ ਸਮਾਂ ਆ ਜਾਂਦਾ। ਇਹ ਸਾਰੀ ਸੂਖਮ 'ਚ ਗੱਲ ਲੈ ਕੇ ਆਉਣੀ ਆਪਾਂ। ਦੁਨਿਆਵੀ ਤੌਰ ਤੇ ਹੈ, ਜੋ ਅੱਖਰਾਂ 'ਚ ਲਿਖਿਆ ਹੈ ਉਹ ਸਾਡੇ ਕੋਲ, ਸਾਡੇ ਪ੍ਰਤੱਖ ਹੈ। ਲੇਕਿਨ ਮਨ ਐਸਾ, ਉਹ ਕਹਿੰਦੇ ਨੇ ਬੁੱਧੀ ਭ੍ਰਿਸ਼ਟ ਹੋ ਗਈ। ਦੇਖੋ ਗਿਆਨ ਜਿਹੜਾ ਹੁੰਦਾ ਨਾ, ਨੌਲੇਜ ਜਿਹੜੀ ਹੁੰਦੀ ਹੈ, ਉਹਦੀ ਪੂਜਾ ਨਹੀਂ ਕੀਤੀ ਜਾਂਦੀ। ਗਿਆਨ ਨੂੰ ਪੜ੍ਹਿਆ ਜਾਂਦਾ ਹੈ ਔਰ ਪੜ੍ਹ ਕੇ ਸਮਝਿਆ ਜਾਂਦਾ ਹੈ। ਇਹ ਨਹੀਂ ਹੈ ਵੀ ਗਿਆਨ ਹੈ ਤੇ ਗਿਆਨ ਨੂੰ ਸਿਰ ਤੇ ਚੁੱਕੀ ਫਿਰੀਏ, ਅਸੀਂ ਪੇਪਰ 'ਚ ਪਾਸ ਹੋ ਜਾਾਂਗੇ। ਮੈਥਮੈਟਿਕਸ ਦਾ ਐਗਜ਼ਾਮ ਹੈ ਤੇ ਉਹ ਮੈਥਮੈਟਿਕਸ ਦੀ ਕਿਤਾਬ ਨੂੰ ਸਿਰ ਤੇ ਚੁੱਕੀ ਫਿਰੀ ਜਾਈਏ ਤੇ ਅਸੀਂ ਪਾਸ ਹੋ ਜਾਾਂਗੇ। ਏਦਾਂ ਨਹੀਂ ਪਾਸ ਹੋਣਾ, ਉਹਨੂੰ ਪੜ੍ਹਨਾ ਪੈਣਾ, ਸਮਝਣਾ ਪੈਣਾ, ਫਾਰਮੂਲੇ ਸਾਰੇ ਰੱਟਣੇ ਪੈਣੇ ਆ, ਯਾਦ ਕਰਨੇ ਪੈਣੇ ਆ, ਪ੍ਰੈਕਟਿਸ ਕਰਨੀ ਪੈਣੀ ਹੈ, ਤਾਂ ਅਸੀਂ ਉਹਦੇ ਮਾਸਟਰ ਬਣਾਂਗੇ। ਹੁਣ ਵਿਚਾਰ ਚੱਲ ਰਹੇ ਮਨ ਦੇ ਅੰਦਰ ਵੀ ਆਹ ਕਰੂੰ, ਪਲੈਨਿੰਗ ਹੋ ਰਹੀ ਹੈ ਸਾਰੀ ਆਪਣੇ ਫਿਊਚਰ ਦੀ, ਕਿੱਥੇ ਜਾਣਾ, ਕਿੱਥੇ ਰਹਿਣਾ, ਗ੍ਰਸਤ ਜੀਵਨ ਮੇਰਾ ਕਿੱਦਾਂ ਦਾ ਹੋਊਗਾ, ਮੇਰਾ ਘਰ ਕਿੱਦਾਂ ਦਾ ਹੋਊਗਾ, ਘਰ 'ਚ ਸਮਾਨ, ਇਹ ਸਾਰੀ ਪਲੈਨਿੰਗ ਹੁੰਦੀ ਹੈ। ਅਸੀਂ ਕਰਦੇ ਗੱਲਾਂ ਘਰਾਂ 'ਚ, ਮੇਰਾ ਪੁੱਤ, ਮੇਰਾ ਘਰ, ਮੇਰੀ ਗੱਡੀ, ਮੇਰੇ ਕੱਪੜੇ, ਸਾਰਾ ਕੁਛ ਮੇਰਾ ਕਰਦੇ ਆ। ਇਹ ਟਾਈਮ ਲੰਘ ਜਾਂਦਾ ਹੈ ਔਰ ਜਿਹੜਾ ਉਹ ਮੌਤ ਦਾ ਫਰਿਸ਼ਤਾ ਜਿਹੜਾ ਜਮਰਾਓ, ਉਹ ਦੇਖ ਹੱਸ ਰਿਹਾ। ਕਾਲ ਜਿਹੜਾ, ਉਹ ਕਾਲ ਦੇਖ ਕੇ ਹੱਸ ਰਿਹਾ। ਉਹ ਕਾਲ ਕਹਿ ਰਿਹਾ ਵੀ ਮੈਨੂੰ ਤੇ ਇਹ ਜਿਹੜੀ ਗੇਮ ਖੇਡਣੀ ਹੈ, ਜਿਹੜੀ ਖੇਲ ਖੇਡਣੀ ਹੈ, ਮੈਨੂੰ ਤੇ ਕੋਈ ਮਿਹਨਤ ਹੀ ਨਹੀਂ ਕਰਨੀ ਪੈ ਰਹੀ। ਇਹ ਆਪਣੇ ਆਪ ਹੀ ਹਾਰੀ ਜਾ ਰਿਹਾ। ਇਹਨੂੰ ਮੌਕਾ ਦਿੱਤਾ, ਇਹਨੂੰ ਜਨਮ ਮਿਲਿਆ, ਵਡਮੁੱਲਾ ਮਨੁੱਖਾ ਜਨਮ ਮਿਲਿਆ, ਇਹ ਆਪਣੇ ਆਪ ਹੀ ਹਾਰੀ ਜਾ ਰਿਹਾ, ਮੈਨੂੰ ਤੇ ਕੁਝ ਕਰਨਾ ਹੀ ਨਹੀਂ ਪੈ ਰਿਹਾ।
ਵੇਖਤ ਹੀ ਜਮਰਾਓ ਹਸੈ। ਅੱਗੇ ਆਇਆ ਰਹਾਓ, ਕਹਿੰਦੇ ਐਸਾ ਤੈਂ ਜਗ ਭਰਮੇ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਰਹਾਓ ਅੱਗੇ ਕਹਿੰਦੇ ਜੀ, ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤੇ ਨਿਹਚੋ ਮਰਨਾ। ਇੱਥੇ ਵੀ ਸੰਗਤ ਦਾ ਲਫ਼ਜ਼ ਆ ਗਿਆ। ਇੱਥੇ ਨੈਗੇਟਿਵਿਟੀ ਦੀ ਸੰਗਤ ਹੈ। ਕਬੀਰ ਸਾਹਿਬ ਕਹਿ ਰਹੇ ਹੈ, ਕਹਿੰਦੇ ਕਿੱਧਰ ਕਿੱਧਰ ਫਸੇ ਆ, ਕਿੱਧਰ ਫਸੇ ਆ, ਇਹ ਰਸ ਚ ਕੁਛ ਨਹੀਂ ਲੱਭਣਾ। ਇਤ ਸੰਗਤੇ, ਐਸ ਮਾਇਆ ਦੀ ਸੰਗਤ ਦੇ ਨਾਲ ਤੇਰਾ ਜਿਹੜਾ ਮਰਨਾ ਹੈ ਨਿਸ਼ਚਿਤ ਹੈ। ਹੁਣ ਦੁਨਿਆਵੀ ਤੌਰ ਤੇ ਵੀ ਮਰਨਾ ਨਿਸ਼ਚਿਤ ਹੈ, ਲੇਕਿਨ ਅਸੀਂ ਸੂਖਮ ਦੀ ਗੱਲ ਕਰ ਰਹੇ ਹਾਂ। ਮਰਨ ਤੋਂ ਭਾਵ ਹੈ ਇੱਥੇ ਕਿ ਜੂਨਾਂ 'ਚ ਸਾਨੂੰ ਖਪਣਾ ਪੈਣਾ। ਇਹ ਇੱਕ ਬੋਲੀ ਹੈ, ਪੰਜਾਬੀ ਬੋਲੀ ਦੀ ਖਾਸੀਅਤ ਹੈ ਕਿ ਇੱਕ ਜਿਵੇਂ ਪੇਰੈਂਟਸ ਹੁੰਦੇ ਨੇ, ਹੁਣ ਇਹ ਲਫ਼ਜ਼ ਨੂੰ ਸਮਝਣਾ, ਨਿਹਚੋ ਮਰਨਾ। ਫਰਜ਼ ਕਰ ਲਓ ਪਿਓ ਜਿਹੜਾ ਹੈ ਉਹ ਬਾਹਰ ਕੰਮ ਕਰਨ ਵਾਸਤੇ ਜਾਂਦਾ ਹੈ, ਇੱਕ ਪਰਿਵਾਰ ਹੈ, ਬੱਚੇ ਨੇ, ਪਿਓ ਬਾਹਰ ਕੰਮ ਕਰਨ ਵਾਸਤੇ ਜਾ ਰਿਹਾ। ਇਹ ਇੱਕ ਬੋਲੀ ਹੈ ਵੀ ਜਦੋਂ ਤੇ ਆਪਾਂ ਬਿਲਕੁਲ ਰਿਲੈਕਸ ਹੋਵਾਂਗੇ, ਖੁਸ਼ ਹੋਵਾਂਗੇ, ਉਦੋਂ ਆਪਾਂ ਕਵਾਂਗੇ ਕਿ ਮੈਂ ਕੰਮ ਤੇ ਜਾ ਕੇ ਆਇਆ, ਮੈਂ ਥੱਕ ਗਿਆ। ਜਦੋਂ ਥੋੜਾ ਜਿਹਾ ਸਾਨੂੰ ਕਿਸੇ ਗੱਲ ਤੇ ਰੰਜਿਸ਼ ਹੋਊਗਾ, ਸਾਡਾ ਮੂਡ ਠੀਕ ਨਹੀਂ ਹੋਊਗਾ, ਘਰ ਦੇ ਵਿੱਚ 100 ਗੱਲਾਂ ਹੁੰਦੀਆਂ ਨੇ, ਉਦੋਂ ਪਤਾ ਕੀ ਕਹਿਣਾ? ਉਦੋਂ ਕਹਿਣਾ ਮੈਂ ਸਾਰਾ ਦਿਨ ਖਪਦਾ ਮਰਦਾ ਆਇਆ। ਪਰ ਐਕਚੁਅਲੀ ਮਰਦਾ ਤੇ ਨਹੀਂ ਆਇਆ ਨਾ, ਐਕਚੁਅਲੀ ਉਹ ਮਿਹਨਤ ਕਰਦਾ ਆਇਆ, ਥੱਕ ਗਿਆ। ਕਹਿੰਦੇ ਇਹ ਜਿਹੜੇ ਵਿਖਿਆ ਦੇ ਰਸ ਨੇ, ਕਬੀਰ ਸਾਹਿਬ ਕਹਿ ਰਹੇ ਨੇ, ਇਹਨਾਂ ਦੀ ਸੰਗਤ 'ਚ ਜੇ ਫਸਿਆ ਰਿਹਾ ਤੇ ਤੂੰ ਨਿਸ਼ਚਲ, ਤੇਰਾ ਮਰਨਾ ਨਿਸ਼ਚਿਤ ਹੈ। ਤੇਰਾ ਜਿਹੜਾ ਜੀਵਨ ਹੈ ਉਹ ਬੇਕਾਰ ਚਲਾ ਜਾਏਗਾ। ਕਹਿੰਦੇ ਜੀ, ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ, ਇਨ ਵਿਦ ਭਵ ਸਾਗਰ ਤਰਨਾ। ਕਹਿੰਦੇ ਤੂੰ ਚੱਲ, ਜੇ ਹੋ ਵੀ ਗਿਆ ਏਦਾਂ, ਮਾਇਆ 'ਚ ਫਸ ਵੀ ਗਿਆ, ਕਹਿੰਦੇ ਹੁਣ ਹੀ ਨਾਮ ਜਪਣਾ ਸ਼ੁਰੂ ਕਰ ਦੇ। ਰਮਈਆ ਜਪੋ ਪ੍ਰਾਣੀ, ਜਪਣ ਵਾਲੇ ਪਾਸੇ ਨੂੰ ਆ ਗਿਆ ਲਫ਼ਜ਼। ਆਪਾਂ ਪਿੱਛੇ ਨਖੇੜਿਆ ਸੀ ਸੰਤ ਹਾਹੇ ਨੂੰ ਔਂਕੜ ਸੰਤ ਹੋ, ਵੀ ਸੰਤ ਦੇ ਰਸਤੇ ਤੇ ਚੱਲੋ। ਰਮਈਆ ਜਪੋ, ਰਮਈਆ ਜਪਣ ਵਾਲੇ ਮਾਰਗ ਤੇ ਚੱਲਣਾ ਸ਼ੁਰੂ ਕਰ ਦਿਓ। ਅਨੰਤ ਜੀਵਨ ਬਾਣੀ, ਇਨ ਵਿਦ ਭਵ ਸਾਗਰ ਤਰਨਾ। ਇਹ ਜਿਹੜਾ ਨਾਮ ਜਪਣਾ, ਇਹੀ ਬਾਣੀ ਹੈ। ਉੱਚੀ ਧੁਨ ਦੇ ਨਾਲ ਬੋਲ ਕੇ ਅਸੀਂ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ, ਇਹੀ ਬਾਣੀ ਹੈ। ਇਹ ਆਪਾਂ ਲਾਵਾਂ ਦੇ ਪਾਠ 'ਚ ਜਾਂ ਉਸ ਨਾਲ ਸੰਬੰਧਿਤ ਸ਼ਬਦ ਸੀ, ਆਪਾਂ ਉਹ ਨਿਖੇੜਦੇ ਆ ਰਹੇ ਹਾਂ। ਇਹ ਜਿਹੜਾ ਆਪਾਂ ਸਾਹਮਣੇ ਦਰਸ਼ਨ ਕਰ ਰਹੇ ਹਾਂ, ਜਿਹਨੂੰ ਅਸੀਂ ਗੁਰਬਾਣੀ ਕਹਿ ਦਿੰਦੇ ਹਾਂ, ਠੀਕ ਹੈ, ਲੇਕਿਨ ਇਹ ਹੈ ਬ੍ਰਹਮ ਗਿਆਨ। ਇਹਨੂੰ ਕਿਹਾ ਉਹਨਾਂ ਨੇ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਲੇਕਿਨ ਨਾਲ ਦੀ ਨਾਲ ਕਲੀਅਰ ਕੀਤਾ ਕਿ ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਤਾਂ ਕਈ ਤਰ੍ਹਾਂ ਦੀਆਂ ਬਾਣੀਆਂ ਨੇ। ਆਕਾਸ਼ਬਾਣੀ ਹੈ, ਰੇਡੀਓ ਵੇਵਸ ਦੇ ਥਰੂ ਅਸੀਂ ਸੁਣਦੇ ਹਾਂ। ਭਵਿੱਖਬਾਣੀ ਹੈ, ਜਿਹੜੀ ਸੋ ਕਾਲਡ ਪਾਂਦੇ ਤੁਹਾਨੂੰ ਹੱਥ ਦੇਖ ਕੇ ਤੁਹਾਡਾ ਕਰਦੇ ਆ। ਗੁਰਬਾਣੀ ਜਿਹੜੀ ਹੈ, ਇਹ ਕੇਵਲ ਤੇ ਕੇਵਲ ਨਾਮ ਨਾਲ ਸੰਬੰਧਿਤ ਹੈ, ਜਪਣ ਨਾਲ ਸੰਬੰਧਿਤ ਹੈ। ਕਿਉਂਕਿ ਇਸ ਦਾ ਜਿਹੜਾ ਸਾਰਾ ਹੈਡਿੰਗ ਹੈ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ, ਇਹਦਾ ਜਿਹੜਾ ਹੈਡਿੰਗ ਹੈ ਉਹ ਹੈ ਜਪ। ਜੱਜਾ ਪੱਪਾ, ਪੱਪੇ ਨੂੰ ਔਂਕੜ। ਸੋ ਇਹ ਅਸੀਂ ਜਿਹੜੇ ਹੁਕਮ ਨੇ, ਇਹ ਅਸੀਂ ਸਮਝਣੇ ਨੇ। ਬਾਕੀ
ਜੇ 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 ਆਪਾਂ ਦੇਖੀਏ ਕਿ ਸਾਨੂੰ ਕਹਿ ਦਿੰਦੇ ਆ ਜੀ ਇਹ ਵਿਆਕਰਣ ਹੈ, ਗੁਰਬਾਣੀ ਕਿਸੇ ਵੀ ਵਿਆਕਰਣ ਦੀ ਮੁਹਤਾਜ ਨਹੀਂ ਹੈ। ਕਿਹਦੀ ਵਿਆਕਰਣ ਕਰੋਗੇ? ਕਬੀਰ ਸਾਹਿਬ ਬਨਾਰਸ 'ਚ ਬੈਠੇ ਨੇ, ਉਹ ਕਿਹੜੇ-ਕਿਹੜੇ ਲਫ਼ਜ਼ ਯੂਜ਼ ਕਰ ਰਹੇ ਆ। ਨਾਮਦੇਵ ਜੀ ਮਹਾਰਾਸ਼ਟਰ ਦੇ, ਬਾਬੇ ਨਾਨਕ ਨੇ ਅੱਧੀ ਦੁਨੀਆ ਉਹਨਾਂ ਨੇ ਤੁਰ ਕੇ ਗਾਈ ਹੈ, ਆਪਣਾ ਥਾਂ-ਥਾਂ ਤੇ ਜਾ ਕੇ ਉਹਨਾਂ ਨੇ ਹਵਾਲੇ ਦੇ ਕੇ ਸੰਗਤ ਨੂੰ ਗਿਆਨ ਦਿੱਤਾ। ਆਗਮ, ਨਿਰਗਮ, ਜੋਤਕ ਜਾਣੈ ਬਹੁ ਬਹੁ ਵਿਆਕਰਨਾ। ਜੋ ਲੋਕ ਕਹਿੰਦੇ ਸ਼ਾਸਤਰ, ਵੇਦ, ਜੋਤਿਸ਼ ਦੇ ਕਈ ਵਿਆਕਰਣ ਜਾਣਦੇ ਆ, ਗ੍ਰਾਮਰ ਦੀ ਬੜੀ ਨੌਲੇਜ ਆ ਉਹਨਾਂ ਨੂੰ। ਤੰਤ ਮੰਤਰ ਸਭ ਔਖਦ ਜਾਣੈ, ਅੰਤ ਤਉ ਮਰਨਾ। ਕਿਉਂਕਿ ਨਾਮ ਨਹੀਂ ਜਪਦੇ, ਉਹ ਵਿਆਕਰਣ ਦੇ ਘੋਟੇ ਲਾਈ ਜਾਂਦੇ ਆ, ਕਿਤਾਬਾਂ ਲਿਖੀ ਜਾਂਦੇ ਆ। 3-4 ਗੱਲਾਂ ਨੇ, 3-4 ਚੀਜ਼ਾਂ ਨੇ। ਪਹਿਲੀ ਗੱਲ ਡਿਕਸ਼ਨਰੀ ਮੀਨਿੰਗ, ਅੱਖਰਾਂ ਦੇ ਅਰਥ, ਉਹ ਸਾਨੂੰ ਸਾਡੀ ਬੋਲੀ ਚੋਂ ਮਿਲਨੇ ਆ। ਫਿਰ ਵੀ ਜੇ ਨਹੀਂ ਮਿਲਦੇ ਤਾਂ ਡਿਕਸ਼ਨਰੀ ਦੀ ਹੈਲਪ ਲਓ। ਉਸ ਤੋਂ ਬਾਅਦ ਸਿਹਾਰੀ ਹੈ, ਔਂਕੜ ਹੈ, ਮੇਨਲੀ ਇਹਨਾਂ ਚੀਜ਼ਾਂ ਨੂੰ ਸਮਝ ਲਈਏ, ਇਹਨਾਂ ਚੀਜ਼ਾਂ ਨੂੰ ਸਮਝ ਲਈਏ। ਇਸੇ ਦੇ ਚੱਕਰ 'ਚ ਆ ਕੇ ਅਸੀਂ ਬੰਦਿਆਂ ਨੂੰ ਗੁਰਮੁਖ ਕਹੀ ਜਾਂਦੇ ਆ ਵੀ ਬੰਦਾ ਹੈ ਉਹ ਬੜਾ ਗੁਰਮੁਖ ਹੈ ਜੀ, ਬੜੀ ਨੀਲੀ ਦਸਤਾਰ, ਕੁੜਤਾ ਪਜਾਮਾ ਚਿੱਟਾ, ਉੱਤੇ ਦੇ ਉਹਦੇ ਕਿਰਪਾਨ ਪਾਈ ਹੈ, ਹਜੂਰੀਆ ਪਾਇਆ, ਦਾੜਾ ਖੁੱਲਾ ਉਹਦਾ, ਉਹਨੂੰ ਗੁਰਮੁਖ ਕਹੀ ਜਾਂਦੇ ਆ। ਅੰਦਰ ਭਾਵੇਂ ਉਹਦੇ ਹੋਵੇ ਕੱਖ ਵੀ ਨਾ, ਗੁਰਮੁਖ। ਉਹ ਭਾਈ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਆਏਗੀ, ਗੁਰਮੁਖੇ, ਗੁਰੂ ਦੇ ਜ਼ਰੀਏ, ਗੁਰੂ ਦੇ ਥਰੂ। ਇਹ ਇੱਕ ਸਿਸਟਮ ਹੈ, ਗੁਰਮੁਖੇ ਇੱਕ ਸਿਸਟਮ ਹੈ। ਅਸੀਂ ਉਸ ਸਿਸਟਮ ਦੇ ਵਿੱਚ ਰਹਿ ਕੇ ਉਹਦੇ ਜ਼ਰੀਏ ਅਸੀਂ ਇਹ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਹੈ। ਜਿੱਥੇ ਮਰਜ਼ੀ ਲਾ ਲਿਓ, ਸਾਰੇ ਕਿਤੇ ਪੜ੍ਹ ਲਿਓ, ਗੁਰਮੁਖ ਕਿਤੇ ਨਾਉਨ ਨਹੀਂ ਆਏਗਾ ਕਿ ਬੰਦੇ ਨੂੰ ਗੁਰਮੁਖ ਕਿਹਾ। ਸੋ ਇਹਨਾਂ ਗੱਲਾਂ ਨੂੰ ਅਸੀਂ ਸਮਝਣਾ। ਇਹ ਵੀ ਆਪਾਂ ਕਿਸੇ ਦਿਨ ਇੱਕ ਬੈਠਕ ਦੇ ਵਿੱਚ ਡਿਸਕਸ ਕਰਾਂਗੇ, ਜਿਹੜੀਆਂ 4-5 ਚੀਜ਼ਾਂ ਨੇ ਗੁਰਬਾਣੀ ਕਿਸ ਤਰ੍ਹਾਂ ਸਮਝਣੀ ਹੈ। ਤੁਸੀਂ ਆਪ ਵੀ ਕਾਫੀ ਕੁਛ ਆਪਾਂ ਕਲੀਅਰ ਕਰ ਆਏ ਆ, ਲੇਕਿਨ ਅੱਗੇ ਕੋਸ਼ਿਸ਼ ਕਰਕੇ ਆਪ ਵੀ ਜਿਹੜੇ ਬੰਦੇ ਬਿਲਕੁਲ ਰਿਟਾਇਰਡ ਨੇ ਆਪਣੇ ਕੰਮਾਂ ਕਾਰਾਂ ਤੋਂ, ਆਪਣੀ ਬੈਠਕ ਜੀ ਕਈ ਹਾਜ਼ਰ ਨੇ, ਉਹ ਆਪਣਾ ਸਮਾਂ ਲਾਉਣ ਇਸ ਚੀਜ਼ ਦੇ ਉੱਤੇ ਔਰ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ, ਅਗਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦੇਣ। ਕਹਿਤ ਕਬੀਰ ਛੋੜ ਬਿਖਿਆ ਰਸ, ਇਤ ਸੰਗਤੇ ਨਿਹਚੋ ਮਰਨਾ। ਨੇ ਜੂਨਾਂ 'ਚ ਧੱਕੇ ਖਾਂਦਾ ਰਹੇਗਾ, 84 'ਚ ਧੱਕੇ ਖਾਂਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ। ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ। ਇਸ ਬਾਣੀ ਨੇ, ਨਾਮ ਦੀ ਬਾਣੀ ਨੇ ਅਨੰਤ ਜੀਵਨ ਦੀ ਬਖਸ਼ਿਸ਼ ਕਰਨੀ ਹੈ, ਜਿਹਦੇ ਨਾਲ ਅਸੀਂ ਭਵ ਸਾਗਰ ਤਰਨਾ ਹੈ। ਪਰ ਇਹ ਹੋਵੇ ਕਿੱਦਾਂ ਜੀ? ਐਸਾ ਤੈਂ ਜਗ ਭਰਮੇ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਜਦੋਂ ਤੱਕ ਮੇਰੀ ਕਰਦੇ ਰਹੋਗੇ, ਮਾਇਆ ਦੇ ਵਿੱਚ ਜਕੜੇ ਰਹੋਗੇ, ਇਹ ਸਭ ਤੋਂ ਜਿਹੜੀ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਅਟੈਚਮੈਂਟ ਹੈ। ਅਸੀਂ ਡਿਟੈਚਡ ਹੋਣਾ ਹੈ, ਇਸ ਜੱਗ ਵਿੱਚ ਰਹਿੰਦੇ ਵਿਚਰਦੇ ਡਿਟੈਚ ਹੋਣਾ ਹੈ ਅਸੀਂ। ਉਸ ਤੋਂ ਬਾਅਦ ਜਾ ਕੇ ਫਿਰ ਭਗਤੀ ਸ਼ੁਰੂ ਹੋਣੀ ਹੈ। ਜਿਹੜਾ ਬੁੱਝਣ ਦਾ ਮਾਰਗ ਹੈ, ਨਾਮ ਜਪਣ ਦਾ, ਠੀਕ ਹੈ ਅਸੀਂ ਨਾਮ ਜਪਦੇ ਹਾਂ, ਲੇਕਿਨ ਇਹ ਇੱਕ ਹੱਦ ਤੱਕ ਉਹ ਚੀਜ਼ ਦੀ ਪ੍ਰਾਪਤੀ ਕਰਕੇ ਫਿਰ ਉਹ ਭਗਤੀ ਜਿਹੜੀ ਹੈ ਸਾਡੀ
ਇਹ ਜਿਹੜਾ ਮਾਰਗ ਹੈ ਅਸਲ ਉਹ ਸ਼ੁਰੂ ਹੋਏਗਾ। ਪਰ ਕਹਿੰਦੇ ਇਹ ਵਿਖਿਆ ਰਸ ਜਿਹੜੇ ਮਾਇਆ ਦੇ ਰਸ ਨੇ ਛੱਡਣੇ ਪੈਣੇ ਨੇ। ਸਭ ਕੁਛ ਮਾਇਆ ਹੈ, ਇਸਤਰੀ, ਬੱਚੇ, ਪ੍ਰਾਪਰਟੀਜ਼, ਮਾਂ ਪਿਓ, ਦੋਸਤ, ਮਿੱਤਰ, ਸਭ ਮਾਇਆ, ਅਹੁਦੇ, ਪੜ੍ਹਾਈਆਂ, ਸਭ ਮਾਇਆ ਦੇ ਵਿੱਚ ਹੈ। ਜਦੋਂ ਤੱਕ ਅਸੀਂ ਨਾਮ ਜਪ ਕੇ ਉਸ ਚੀਜ਼ ਤੋਂ ਨਿਕਲਦੇ ਨਹੀਂ, ਠੀਕ ਹੈ ਇਹ ਦੁਨਿਆਵੀ ਜ਼ਰੂਰਤ ਹੈ, ਸਿਸਟਮ ਬਣਿਆ, ਅਸੀਂ ਉਹਦੇ ਵਿੱਚੋਂ ਲੰਘਣਾ ਹੈ, ਲੇਕਿਨ ਡਿਟੈਚ ਰਹਿਣਾ ਹੈ। ਜਾਂ ਤੇ ਸੁਭਾਵ ਹੈ ਤਾਂ ਲਾਗੈ ਭਾਉ। ਜੇ ਉਹਨੂੰ ਭਾਜੇ ਤੇ ਸਾਡਾ ਪਿਆਰ ਉਹਦੇ ਨਾਲ ਪੈ ਜੇ। ਭਰਮ ਭੁਲਾਵਾ ਵਿੱਚੋਂ ਜਾਏ। ਸਭ ਭਰਮ ਭੁਰਮ ਵਿੱਚੋਂ ਨਿਕਲ ਜਾਣੇ ਆ, ਸਭ ਭਰਮ ਨਿਕਲ ਜਾਣੇ ਆ। ਕੋਈ ਡਰੈਸ ਦਾ ਭਰਮ ਨਹੀਂ ਹੋਏਗਾ, ਕੋਈ ਬੋਲੀ ਦਾ ਭਰਮ ਨਹੀਂ ਹੋਏਗਾ। ਅਸੀਂ ਕਹਿ ਦਿੰਦੇ ਕਈ ਵਾਰੀ ਉਹ ਜੀ ਹਿੰਦੀ ਨਹੀਂ ਬੋਲਣੀ, ਅੰਗਰੇਜ਼ੀ ਨਹੀਂ ਬੋਲਣੀ ਗੁਰਦੁਆਰੇ 'ਚ ਬਹਿ ਕੇ। ਹੁਣ ਜੇ ਬੋਲੀਆਂ ਸਿੱਖੋ ਜ਼ਰੂਰ, ਸਿੱਖੋ ਜ਼ਰੂਰ, ਪਰ ਜੇ ਅਸੀਂ ਕੋਈ ਕਮਿਊਨੀਕੇਸ਼ਨ ਕਰਨੀ ਹੈ ਇਹਨਾਂ ਮੁਲਕਾਂ 'ਚ ਆ ਕੇ, ਸਾਨੂੰ ਅੰਗਰੇਜ਼ੀ ਚਾਹੀਦੀ ਹੈ। ਹਿੰਦੁਸਤਾਨ 'ਚ ਵੀ ਜੇ ਵਿਚਰਨਾ, ਸਾਊਥ ਇੰਡੀਆ ਜਾਣਾ, ਈਸਟ ਨੂੰ ਜਾਣਾ, ਵੈਸਟ ਨੂੰ ਜਾਣਾ, ਤੁਹਾਨੂੰ ਇੱਕ ਨੈਸ਼ਨਲ ਬੋਲੀ ਉਹਨਾਂ ਬਣਾਈ ਹੈ ਆਪਣੀ, ਹਿੰਦੀ, ਉਹ ਚਾਹੀਦੀ ਹੈ। ਜਾਂ ਤੇ ਸੁਭਾਵ ਹੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ। ਜਦੋਂ ਭਰਮ ਚਲਾ ਗਿਆ ਅੰਦਰੋਂ, ਜਦੋਂ ਮਾਈਂਡ ਸੈਟ ਚੇਂਜ ਹੋ ਗਿਆ, ਪਿਆਰ ਪੈ ਗਿਆ, ਮਾਈਂਡ ਸੈਟ ਚੇਂਜ ਹੋ ਗਿਆ, ਕਹਿੰਦੇ ਸਹਿਜ, ਚੌਥੇ ਪਦ ਮੈਂ ਸਹਿਜ ਹੈ, ਸਿੱਧਾ ਉੱਥੇ ਲਿਜਾ ਕੇ ਉਹਨਾਂ ਨੇ ਰੱਖਿਆ। ਹਰ ਚੌਥੜੀ ਲਾਮ ਮਨ ਸਹਿਜ ਪਿਆ। ਕਹਿੰਦੇ ਇੱਕ ਠਹਿਰ ਜੂ ਤੇਰਾ ਮਨ, ਜਦੋਂ ਭਰਮ ਜਾਏਗਾ ਇਹ ਤਾਂ ਠਹਿਰੇਗਾ ਮਨ। ਵਿਚਾਰ ਤੋਂ ਅਸੀਂ ਮੁਕਤ ਤਾਂ ਹੋਵਾਂਗੇ ਜਦੋਂ ਸਹਿਜ ਉਪਜਿਆ ਅੰਦਰ। ਫੇਰ ਇਹ ਜਿਹੜਾ ਗਿਆਨ ਮਤ ਜਾਗਿਆ। ਦੇਖ ਆ ਗਈ ਮਤ, ਇਹ ਹੈ ਗੁਰਮਤ, ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਆ। ਇਹ ਹੈ ਗੁਰਮਤ, ਬ੍ਰਹਮ ਗਿਆਨ, ਗਿਆਨ ਮਤ, ਗੁਰਮਤ, ਗੁਰਪ੍ਰਸਾਦ। ਪਰ ਇਹ ਹੋਣਾ ਕਿੱਦਾਂ ਸਾਰਾ? ਬੜਾ ਵੱਡਾ ਇੱਕ ਲਫ਼ਜ਼ ਹੈ ਗੁਰਪ੍ਰਸਾਦੇ, ਗੁਰੂ ਦੀ ਕਿਰਪਾ। ਇਹ ਬਾਹਰਲਾ ਪ੍ਰਸ਼ਾਦ ਨਹੀਂ ਹੈ, ਕੜਾਹ ਨਹੀਂ ਹੈ ਜਿਹਨੂੰ ਅਸੀਂ ਕਹਿੰਦੇ ਜੀ ਪ੍ਰਸ਼ਾਦ ਦੇ ਦਿਓ। ਉਹ ਫੂਡ ਹੈ, ਦੁਨਿਆਵੀ ਵਸਤੂ ਹੈ। ਕਣਕ ਦਾ ਆਟਾ ਪਾਇਆ, ਘਿਓ ਪਾਇਆ, ਖੰਡ ਪਾਈ ਹੈ, ਪਾਣੀ ਪਾਇਆ, ਇੱਕ ਦੁਨਿਆਵੀ ਫੂਡ ਹੈ ਜਿਹਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ ਕਿ ਸੌਖਾ, ਹਜ਼ਮ ਕਰਨਾ ਸੌਖਾ, ਤਾਕਤਵੰਦ ਹੈ। ਅਸੀਂ ਉਹਨੂੰ ਪ੍ਰਸ਼ਾਦ ਬਣਾਤਾ। ਲਫ਼ਜ਼ ਕਿੱਥੋਂ ਲਿਆ? ਇੱਥੋਂ ਲਿਆ, ਗੁਰਪ੍ਰਸਾਦ। ਫਿਰ ਉਹ ਲਿਖਦੇ ਪਤਾ ਕਿੱਦਾਂ ਜੀ? ਇੱਥੇ ਬੋਰਡਾਂ ਤੇ ਲਿਖਿਆ ਹੁੰਦਾ ਕੜਾਹ ਪ੍ਰਸਾਦ, ਦੱਦੇ ਨੂੰ ਸਿਹਾਰੀ ਏਦਾਂ ਹੀ ਪਾਉਂਦੇ ਆ। ਉਹ ਕਈ ਥਾਵਾਂ ਤੇ ਮੈਂ ਦਿੱਲੀ ਦੇਖਿਆ, ਉਹ ਹਾਹੇ ਨੂੰ ਵੀ ਕੜਾਹੇ ਪ੍ਰਸਾਦ ਲਿਖਿਆ ਉੱਥੇ। ਪਤਾ ਹੀ ਨਹੀਂ, ਲੌਜਿਕ ਹੀ ਨਹੀਂ ਹੈ ਕੋਈ ਵੀ ਕਿੱਦਾਂ ਲਫ਼ਜ਼ ਲਿਖਣਾ। ਗੁਰੂ ਦੀ ਕਿਰਪਾ ਦੇ ਨਾਲ ਐਸ ਦੇਹੀ ਦੇ ਅੰਦਰੇ ਹੀ ਸਾਡੀ ਲਿਵ ਲੱਗ ਜਾਣੀ ਹੈ। ਲਿਵ ਕਿੱਦਾਂ ਲੱਗਣੀ ਹੈ? ਆਖ ਆਖ ਰਹੇ ਲਿਵ ਲਾਏ। ਕੀ ਆਖਣਾ? ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਹ ਹੈ ਨਾਮ ਦੀ ਤਾਕਤ। ਲਿਵ ਲੱਗ ਜਾਣੀ ਅੰਦਰ। ਹੋ ਸਕਦਾ ਉਸ ਵੇਲੇ ਰਸਨਾ ਚੁੱਪ ਕਰ ਜਾਏ, ਹੋ ਸਕਦਾ ਉਸ ਵੇਲੇ ਰਸਨਾ ਨਾਲ ਲੋੜ ਹੀ ਨਾ ਰਹੇ, ਲੇਕਿਨ ਇਹ ਜਿਹੜਾ ਮਾਰਗ ਹੈ, ਗਿਆਨ ਦਾ ਮਾਰਗ, ਗੁਰਮਤ ਹੈ, ਇਹ ਸਾਨੂੰ ਅਖੀਰਲੀ ਅਵਸਥਾ ਤੱਕ ਰਸਨਾ ਦੇ ਨਾਲ ਨਾਮ ਅਭਿਆਸ ਕਰਨ ਦਾ ਹੁਕਮ ਚਾੜਦੀ ਹੈ। ਅਖੀਰਲੀ ਅਵਸਥਾ ਤੱਕ ਅਸੀਂ ਨਾਮ ਜਪਣਾ ਹੈ। ਪਰ ਇਹ ਨਾ ਸੌਖਾ ਨਹੀਂ ਪਿਆ। ਗੱਲ ਤਾਂ ਬੜੀ ਸੌਖੀ ਹੈ ਵੀ ਨਾਮ ਜਪਣਾ, ਤੁਰਦੇ ਫਿਰਦੇ, ਬਹਿੰਦੇ ਉੱਠਦੇ, ਸੌਂਦੇ ਜਾਗਦੇ ਨਾਮ ਜਪੀ ਜਾਓ, ਪਰ ਇਹ ਹੁੰਦਾ ਨਹੀਂ।
ऐसा तैं जग भर में लाया, कैसे बूझै जब मोਹਿਆ ਹੈ ਮਾਇਆ। ਇਸੇ ਕਰਕੇ ਬੇਨਤੀ ਕਰਦੇ ਆ ਵੀ ਪਹਿਲਾਂ ਡਿਟੈਚ ਹੋਣਾ ਪਊਗਾ। ਇਤ ਸੰਗਤੇ ਨਾਹੀ ਮਰਨਾ। ਪਿਆਰ ਪੈ ਗਿਆ ਜਾਂ ਤਿਸ ਭਾਵੈ ਤਾਂ ਲੱਗ ਗਿਆ ਭਾਉ, ਭਰਮ ਅੰਦਰੋਂ ਚਲੇ ਗਏ, ਸਹਿਜ ਆ ਗਿਆ, ਗਿਆਨ ਮਤ ਜਾਗ ਪਈ ਅੰਦਰ, ਬੁੱਝਣਾ ਆ ਗਿਆ ਸਾਨੂੰ, ਗੁਰੂ ਦੀ ਕਿਰਪਾ ਹੋ ਗਈ, ਅੰਤਰੇ ਹੀ ਸਾਡੇ ਨਾਮ ਅਭਿਆਸ ਚੱਲਣਾ ਸ਼ੁਰੂ ਹੋ ਗਿਆ, ਲਿਵ ਲੱਗ ਗਈ। ਕਹਿੰਦੇ ਇਤ ਸੰਗ ਤੇ ਨਾ ਹੀ ਮਰਨਾ। ਇਹੋ ਜਿਹੇ ਸੰਗ ਦੇ ਨਾਲ ਨਹੀਂ ਮਰੇਗਾ ਤੂੰ, ਦੁਨਿਆਵੀ ਤੌਰ ਤੇ ਮਰਨਾ, ਮਰਨ ਲਖਾਏ ਮੰਡਲ ਮੈਂ ਆਏ। ਪਰ ਇੱਥੇ ਗੱਲ ਸੂਖਮ ਦੀ ਹੋ ਰਹੀ ਹੈ। ਜੂਨਾਂ 'ਚ ਨਹੀਂ ਆਵਾਂਗੇ, ਛੁਟਕਾਰਾ ਹੋ ਜਾਊਗਾ। ਜਿਹੜੇ ਮਕਸਦ ਵਾਸਤੇ ਆਏ ਆ, ਜਨਮ ਮਿਲਿਆ, ਉਹ ਮਕਸਦ ਸਾਡਾ ਪੂਰਾ ਹੋਊਗਾ। ਉਹ ਕੀ ਹੈ? ਇਤ ਸੰਗਤ ਨਾ ਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਜਿਉਂ-ਜਿਉਂ ਅਸੀਂ ਪਛਾਣ, ਇਹ ਦੇਖੋ ਇਹਨੂੰ ਪਛਾਤਾ ਵੀ ਲਿਖਿਆ, ਇੱਕ ਹੋਰ ਲਫ਼ਜ਼ ਮੇਰੇ ਯਾਦ ਆ ਗਿਆ, ਹੁਕਮ ਪਛਾਤਾ। ਇਹ ਸਭ ਜਿਹੜਾ ਹੁਕਮ ਪਛਾਨਣਾ ਹੈ, ਨਾਮ ਦਾ ਜਪਣਾ ਹੀ ਹੈ। ਕਿਉਂਕਿ ਹੁਕਮ ਦੇ ਮੰਮੇ ਨੂੰ ਔਂਕੜ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਮ ਹੀ ਹੁਕਮ ਹੈ, ਉਸ ਨਾਮ ਨੂੰ ਹੀ ਜਪਣਾ ਅਸੀਂ, ਤਾਂ ਹੀ ਖਸਮ ਨੂੰ ਮਿਲਾਂਗੇ। ਫਿਰ ਮਾਇਆ ਮੂਇਆ ਨਹੀਂ ਪੋਏਗੀ, ਫਿਰ ਉਹਦੀ ਕਿਰਪਾ ਹੋਏਗੀ। ਐਸਾ ਤੈਂ ਜਗ ਭਰ ਮੇ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਫਿਰ ਇਹ ਚੀਜ਼ ਨਹੀਂ ਆਏਗੀ ਤੁਹਾਡੇ ਨੇੜੇ। ਫਿਰ ਆਏਗਾ ਇਤ ਸੰਗਤ ਨਾ ਹੀ ਮਰਨਾ। ਲੈ ਹੁਣ ਆਹ ਸੰਗਤ ਕਰੀ ਜਾ, ਨਾਮ ਦਾ ਪਤਾ ਲੱਗ ਗਿਆ, ਜਪਣਾ, ਅਭਿਆਸ ਕਰਨਾ, ਡਿਟੈਚਡ ਰਹਿਣਾ, ਹੁਕਮ ਪਛਾਣ, ਨਾਮ ਜਪ ਤਾਂ ਖਸਮੇ ਮਿਲਣਾ। ਰਹਾਉ ਦੂਜਾ। ਸੋ ਅਸੀਂ ਇਹ ਹੁਕਮ ਦੇ ਜਿਹੜੇ ਵਰਡ ਨੇ, ਆਰਡਰ ਆਫ ਦਾ ਡੇ ਜਿਹਨੂੰ ਕਹਿ ਦਿੰਦੇ ਆ ਜੀ, ਹੁਕਮਨਾਮਾ ਜਿਹਨੂੰ ਕਹਿ ਦਿੰਦੇ ਆ, ਸਭ ਤੋਂ ਵੱਡਾ ਹੁਕਮ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਹੈ ਹੁਕਮ। ਇਹ ਹਾਹੇ ਨੂੰ ਔਂਕੜ, ਕੱਕਾ ਮੰਮਾ ਮੰਮੇ ਨੂੰ ਔਂਕੜ, ਹੁਕਮੀ ਲਫ਼ਜ਼ ਵੀ ਆਏਗਾ ਮੰਮੇ ਨੂੰ ਬਿਹਾਰੀ ਦੇ ਨਾਲ, ਹੁਕਮੇ ਵੀ ਆਏਗਾ ਸਿਹਾਰੀ ਦੇ ਨਾਲ। ਉਹ ਆਪਾਂ ਸਾਰੇ ਲਫ਼ਜ਼ ਹੌਲੀ ਹੌਲੀ ਅੱਗੇ ਸ਼ਬਦਾਂ ਦੇ ਵਿੱਚ ਵਿਚਾਰਦੇ ਚੱਲਾਂਗੇ। ਹੁਕਮ ਪਛਾਣ ਤਾਂ ਖਸਮੇ ਮਿਲਣਾ। ਇਹ ਹੈ ਸੱਚੈ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਖਸਮੇ ਮਿਲਣਾ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹੁਕਮੈ ਮੇਟ ਸਮਾਏ। ਗੁਰੂ ਅਮਰਦਾਸ ਸਾਹਿਬ ਜੀ, ਸ਼ਲੋਕ ਮਹੱਲਾ ਤੀਜਾ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅਨ ਦਿਨ ਹਰ ਨਾਮ ਧਿਆਏ। ਇਹ ਹੈ ਖਸਮੇ ਮਿਲਣਾ, ਹੁਕਮ ਪਛਾਨਣਾ, ਨਾਮ ਦਾ ਜਪਣਾ। ਕਿਸੇ ਵਾਧੂ ਚੱਕਰਾਂ 'ਚ, ਭੁਲੇਖਿਆਂ 'ਚ, ਭਰਮਾਂ 'ਚ ਨਹੀਂ ਪੈਣਾ। ਹੁਕਮ ਦਾ ਨਿਚੋੜ ਅਰਥ ਜਿਹੜਾ ਹੈ, ਉਹ ਹੈ ਨਾਮ ਦਾ ਜਪਣਾ, ਹੁਕਮ ਪਛਾਨਣਾ। ਹੁਕਮ ਕਿਹੜਾ ਕੋਈ ਦੇਹ 'ਚ ਹੈ? ਹੁਕਮ ਸੂਖਮ ਹੈ, ਆਵਾਜ਼ ਹੈ, ਧੁਨ ਹੈ। ਉਹ ਧੁਨ ਦੀ ਪਛਾਣ ਕਰਨੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਤਾਂ ਖਸਮੈ ਮਿਲਣਾ। ਸੋ ਇੱਥੇ ਅਸੀਂ ਸ਼ਬਦ ਦੀ ਸਮਾਪਤੀ ਹੈ। ਆਪਾਂ ਬੈਠਕ ਦੀ ਸਮਾਪਤੀ ਵੱਲ ਨੂੰ ਵਧਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।